24 ਸਾਲ ਦੀ ਕੁੜੀ ਜਿਸ ਦਾ ਨਾਮ ਅਨਿਸ਼ਕਾ ਸੀ, ਉਸ ਦੇ ਪਿਤਾ ਤੇ ਭਰਾ ਦੀ ਪਹਿਲਾਂ ਹੀ ਜਾਨ ਜਾ ਚੁੱਕੀ ਸੀ। ਉਹ ਇਸ ਦੁਨੀਆ ਦੇ ਵਿੱਚ ਨਹੀਂ ਸੀ ਅਤੇ ਮਾਂ ਦੇ ਨਾਲ ਰਹਿੰਦੀ ਇਹ ਧੀ ਸ਼ਾਇਦ ਆਪਣੀ ਮਨਾਈਆਂ ਕਰਦੀ ਸੀ, ਮਨਮਰਜ਼ੀਆਂ ਕਰਦੀ ਸੀ, ਜਿਸ ਦੇ ਚਲਦੇ ਇਸ ਦਾ ਅੰਤ ਇਹੋ ਜਿਹਾ ਹੋਇਆ ਕਿ ਸਾਰੇ ਪਿੰਡ ਦੇ ਵਿੱਚ ਰੌਲਾ ਪੈ ਗਿਆ। ਇਸ ਕੁੜੀ ਨੇ ਲਏ ਹੋਏ ਗਲਤ ਫੈਸਲਿਆਂ ਦੇ ਕਾਰਨ ਹੀ ਕਹਿ ਲਵੋ ਜਾਂ ਫਿਰ ਇਹੋ ਜਿਹੇ ਇਨਸਾਨ ਦੇ ਨਾਲ ਇਸ ਦੀ ਮੁਲਾਕਾਤ ਹੋ ਗਈ ਜਿਸ ਨੂੰ ਇਨਸਾਨੀਅਤ ਅਤੇ ਪਿਆਰ ਦੀ ਕੋਈ ਕਦਰ ਨਹੀਂ ਸੀ, ਇਸ ਕਰਕੇ ਕਹਿ ਲਵੋ ਕਿਉਂਕਿ ਇੱਕ ਮੁੰਡਾ ਜੋ ਕਿ ਇਸ ਨੂੰ ਪਿਆਰ ਕਰਨ ਦਾ ਦਾਅਵਾ ਕਰਦਾ ਸੀ, ਇਸ ਦੇ ਨਾਲ ਵਿਆਹ ਕਰਵਾਉਣ ਦੇ ਲਈ ਤਿਆਰ ਸੀ। ਕੁੜੀ ਨੇ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਨੂੰ ਵਿਆਹ ਦੇ ਲਈ ਮਨਾ ਲਿਆ ਸੀ ਅਤੇ ਪੂਰੀਆਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਉਸ ਮੁੰਡੇ ਨੇ ਸਹੀ ਰਸਤਾ ਅਪਣਾਉਣ ਦੀ ਥਾਂ ਤੇ ਇੱਕ ਇਹੋ ਜਿਹਾ ਗਲਤ ਰਸਤਾ ਇਖਤਿਆਰ ਕੀਤਾ ਜਿਸ ਦੇ ਵਿੱਚ ਉਸਨੇ ਆਪਣੇ ਪਰਿਵਾਰ ਦੀ, ਆਪਣੀ ਅਤੇ ਇਸ ਕੁੜੀ ਦੇ परिवार दी जिंदगी लुट लई। इस दे विच उस मुंडे ने इहो जिहे सख्त कदम चुके, इहो जिहे गलत कदम चुके कि आखिरकार नूं एक दाग लगा दिता गया इस रिश्ते दे उपर भी अते फौज दे उपर भी। परवेज़ नाम दा ओह मुंडा जो कि फौज दे विच नौकरी करदा हुंदा सी, इसे कुड़ी दे नाल उसने पहलां कोर्ट मैरिज करवा लई। बिना किसी नूं दसे कोर्ट मैरिज इन्हां दी चलदी रही। दोवें ही वख-वख अपने अपने घर दे विच रहिंदे रहे। कोर्ट मैरिज करवा के बस एक ਇਹੋ ਜਿਹਾ ਠੱਪਾ ਲੱਗ ਗਿਆ ਕਿ ਤੂੰ ਹੁਣ ਕਿਤੇ ਹੋਰ ਵਿਆਹ ਨਹੀਂ ਕਰਵਾਉਣਾ ਤੇ ਮੈਂ ਵੀ ਕਿਤੇ ਹੋਰ ਵਿਆਹ ਨਹੀਂ ਕਰਵਾਉਣਾ। ਪਰ ਅਲੱਗ-ਅਲੱਗ ਰਹਿੰਦੇ ਹੋਏ ਵੀ ਦੋਹਾਂ ਦੇ ਵਿੱਚ ਲੜਾਈ ਹੋਣੀ ਸ਼ੁਰੂ ਹੋ ਗਈ ਅਤੇ ਫਿਰ ਇਹਨਾਂ ਨੇ ਬਿਨਾਂ ਕਿਸੇ ਨੂੰ ਦੱਸੇ ਹੀ ਤਲਾਕ ਵੀ ਲੈ ਲਿਆ। ਇੱਥੋਂ ਤੱਕ ਤਾਂ ਸਾਰਾ ਕੁਝ ਠੀਕ ਸੀ ਕਿ ਇੱਥੇ ਤੱਕ ਆਪਣੀ ਮਰਜ਼ੀ ਕੀਤੀ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਗਿਆ। ਪਰ ਇਸ ਤੋਂ ਬਾਅਦ ਫਿਰ ਇਹਨਾਂ ਦੋਵਾਂ ਦੇ ਵੱਲੋਂ ਕੋਰਟ ਮੈਰਿਜ ਕਰਵਾ ਲਈ ਜਾਂਦੀ ਹੈ ਕਿ ਅਸੀਂ ਇੱਕ ਦੂਸਰੇ ਬਿਨਾਂ ਰਹਿ ਨਹੀਂ ਸਕਦੇ ਅਤੇ ਅਸੀਂ ਇੱਕ ਦੂਸਰੇ ਦੇ ਨਾਲ ਹੀ ਜੀਣਾ ਮਰਨਾ ਹੈ। ਇਹ ਦੇਖਦੇ ਹੋਏ ਇਹਨਾਂ ਦੋਹਾਂ ਦੇ ਵੱਲੋਂ ਫਿਰ ਤੋਂ ਕੋਰਟ ਮੈਰਿਜ ਕੀਤੀ ਗਈ। ਪਰ ਜਦ ਤੱਕ ਘਰਦਿਆਂ ਨੂੰ ਪਤਾ ਲੱਗਦਾ ਇਸ ਸੰਬੰਧੀ ਕਿ ਸਾਡੇ ਮੁੰਡੇ ਨੇ ਕੰਮ ਕੀਤਾ ਹੋਇਆ ਹੈ ਤਾਂ ਉਸ ਦੇ ਵਿਚਾਲੇ ਹੀ ਇੱਕ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕੁੜੀ 4 ਮਹੀਨੇ ਦੀ ਪ੍ਰੈਗਨੈਂਟ ਹੈ। ਇਹ ਗੱਲ ਜਦੋਂ ਸਾਹਮਣੇ ਆਈ ਤਾਂ ਕੁੜੀ ਦਾ ਕਹਿਣਾ ਸੀ ਕਿ ਇਹ ਬੱਚਾ ਉਸੇ ਮੁੰਡੇ ਦਾ ਜਿਸ ਦੇ ਨਾਲ ਮੈਂ ਵਿਆਹ ਕਰਵਾਉਣ ਜਾ ਰਹੀ ਹਾਂ। ਵਿਆਹ ਦੀ ਗੱਲਬਾਤ ਤੋਰੀ ਜਾਂਦੀ ਹੈ ਤਾਂ ਮੁੰਡੇ ਵਾਲੇ ਰਾਜ਼ੀ ਹੋ ਜਾਂਦੇ ਨੇ ਕਿ ਅਸੀਂ ਵਿਆਹ ਕਰ ਦੇਵਾਂਗੇ। ਪਰ ਮੁੰਡੇ ਦੀ ਫੈਮਿਲੀ ਦੇ ਵਿੱਚ ਵੀ, ਲਾਈਫ ਦੇ ਵਿੱਚ ਵੀ ਇੱਕ ਬਹੁਤ ਵੱਡੀ ਟ੍ਰੈਜੇਡੀ ਸੀ ਕਿਉਂਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਤੋਂ ਬਾਅਦ ਉਸਦੀ ਮਾਂ ਨੂੰ ਉਹਦੇ ਭਰਾ ਦੇ ਲੜ ਲਾ ਦਿੱਤਾ ਗਿਆ ਸੀ। ਭਾਵ ਕਿ ਆਪਣੇ ਚਾਚੇ ਦੇ ਨਾਲ ਹੀ ਇਹ ਮੁੰਡਾ ਅਤੇ ਉਸਦੀ ਮਾਂ ਰਹਿ ਰਹੇ ਸੀ ਪਿਤਾ ਦੀ ਮੌਤ ਹੋਣ ਤੋਂ ਬਾਅਦ। ਫੌਜ ਦੇ ਵਿੱਚ ਨੌਕਰੀ ਕਰਦਾ ਸੀ ਮੁੰਡਾ, ਚੰਗੀ ਤਨਖਾਹ ਸੀ, ਦੇਖਣ ਦੇ ਵਿੱਚ ਵੀ ਠੀਕ ਠਾਕ ਸੀ, ਪਰ ਇਸ ਦੀ ਜ਼ਹਿਨੀਅਤ ਸੀ ਜਿਹੜੀ, ਇਹਦੀ ਸੋਚ ਸੀ ਜਿਹੜੀ, ਉਹ ਬੇहद ਹੀ ਘਟੀਆ ਸੀ। ਇਸ ਤੋਂ ਬਾਅਦ ਵਿਆਹ ਦੀ ਤਾਰੀਖ ਮੁਕਰਰ ਕਰ ਲਈ ਜਾਂਦੀ ਹੈ। 24 ਤਰੀਕ ਨੂੰ ਵਿਆਹ ਹੋਣਾ ਸੀ ਤੇ 23 ਤਰੀਕ ਨੂੰ ਇੱਕ ਦਿਨ ਪਹਿਲਾਂ ਉਹ ਕੁੜੀ ਨੂੰ ਆਖਦਾ ਹੈ ਕਿ ਆਪਾਂ ਇੱਕ ਵਾਰ ਫਿਰ ਤੋਂ ਮਿਲਦੇ ਹਾਂ, ਉਸੇ ਤਰੀਕੇ ਦੇ ਨਾਲ ਜਿਵੇਂ ਇੱਕ ਪ੍ਰੇਮੀ ਪ੍ਰੇਮਿਕਾ ਮਿਲਦੇ ਹੁੰਦੇ ਨੇ, ਲੁੱਕ ਕੇ ਬਿਨਾਂ ਕਿਸੇ ਨੂੰ ਦੱਸੇ। ਤਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੁੜੀ ਇਹ ਆਖਦੀ ਹੈ ਕਿ ਅੱਜ ਮੈਂ ਇਕੱਲੀ ਸੋਵਾਂਗੀ। ਅਗਲੇ ਦਿਨ ਘਰ ਦੇ ਵਿੱਚ ਵਿਆਹ ਸੀ, ਰਿਸ਼ਤੇਦਾਰ ਪਹੁੰਚ ਚੁੱਕੇ ਸੀ, ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਸੀ, ਗਹਿਣਾ ਗੱਟਾ ਸਮਾਨ ਲਿਆ ਕੇ ਰੱਖ ਲਿਆ ਗਿਆ ਸੀ। ਪਰ ਇੱਕ ਦਿਨ ਪਹਿਲਾਂ ਹੀ ਕੁੜੀ ਘਰ ਤੋਂ ਗਾਇਬ ਹੋ ਜਾਂਦੀ ਹੈ। ਮਾਂ ਦੇ ਵੱਲੋਂ ਆਪਣੀ ਧੀ ਨੂੰ ਲੱਭਣ ਦੇ ਲਈ ਪੁਲਿਸ ਦੇ ਕੋਲ ਜਾ ਕੇ ਰਿਪੋਰਟ ਲਿਖਵਾਈ ਜਾਂਦੀ ਹੈ। ਚੰਗੀ ਕਿਸਮਤ ਦੇ ਨਾਲ ਉਹਨਾਂ ਦਾ ਇੱਕ ਰਿਸ਼ਤੇਦਾਰ ਪੁਲਿਸ ਦੇ ਵਿੱਚ ਵੀ ਸੀ, ਜਿਸ ਦੇ ਕਰਕੇ ਛਾਣਬੀਣ ਤੇਜ਼ ਹੋਈ ਤਾਂ ਪਤਾ ਲੱਗਿਆ ਕਿ ਕੁੜੀ ਦੀ ਸੜੀ ਹੋਈ ਮ੍ਰਿਤਕ ਦੇ ਘਰ ਤੋਂ 600 ਮੀਟਰ ਦੀ ਦੂਰੀ ਤੇ ਹੀ ਮਿਲੀ ਹੈ। ਇਸ ਪੂਰੀ ਘਟਨਾਕ੍ਰਮ ਤੋਂ ਬਾਅਦ ਸਭ ਤੋਂ ਪਹਿਲਾ ਸ਼ੱਕ ਉਸੇ ਮੁੰਡੇ ਅਤੇ ਉਸਦੇ ਚਾਚੇ ਦੇ ਉੱਪਰ ਜਾਂਦਾ ਹੈ ਅਤੇ ਕੁੜੀ ਦੀ ਮਾਂ ਦੇ ਵੱਲੋਂ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ। ਫਿਰ ਇਸ ਗੱਲ ਦੇ ਵਿੱਚ ਖੁਲਾਸਾ ਹੁੰਦਾ ਹੈ ਕਿ ਇਹ ਮੁੰਡਾ ਜਿਹਦਾ ਕੀ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ, ਕੁੜੀ ਵਾਲਿਆਂ ਦੇ ਵੱਲੋਂ ਤਾਂ ਇਹੀ ਸੀ ਕਿ ਵਿਆਹ ਦੀਆਂ ਅਸੀਂ ਤਿਆਰੀਆਂ ਕਰ ਰਹੇ ਹਾਂ, ਮੁੰਡਾ ਵੀ ਮਹੀਨਾ ਪਹਿਲਾਂ ਛੁੱਟੀ ਆ ਗਿਆ ਹੋਣਾ ਤੇ ਕੁੜੀ ਨੇ ਵੀ ਆਪਣੇ ਵਿਆਹ ਦੇ ਲਈ ਸਾਰੀ ਸ਼ਾਪਿੰਗ ਪੂਰੀ ਕਰ ਲਈ ਹੈ। ਫਿਰ ਪਤਾ ਲੱਗਦਾ ਹੈ ਕਿ ਇਸ ਮੁੰਡੇ ਨੇ ਸਿਰਫ 2 ਦਿਨ ਦੀ ਛੁੱਟੀ ਲਈ ਸੀ, ਕੋਈ ਮਹੀਨੇ ਦੀ ਛੁੱਟੀ ਲਈ ਹੀ ਨਹੀਂ। ਇਹ 2 ਦਿਨ ਵੀ ਇਸ ਕਰਕੇ ਤਾਂ ਕਿ ਉਹ ਆਵੇ, ਕੁੜੀ ਨੂੰ ਮਿਲੇ, ਉਸ ਨੂੰ ਮਾਰੇ ਅਤੇ ਫਿਰ ਵਾਪਸ ਚਲਾ ਜਾਵੇ। ਪੁਲਿਸ ਨੇ ਇਸ ਫੌਜੀ ਮੁੰਡੇ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ ਇਸ ਤੋਂ ਬਾਅਦ ਉਹ ਦੱਸਦਾ ਹੈ ਕਿ ਆਖਿਰਕਾਰ ਉਸਨੇ ਕਿਉਂ ਆਪਣੀ ਹੀ ਪ੍ਰੇਮਿਕਾ ਨੂੰ, ਆਪਣੀ ਹੀ ਪਤਨੀ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ। ਸਭ ਤੋਂ ਪਹਿਲਾਂ ਉਸਨੇ ਕਿਹਾ ਕਿ ਜਦੋਂ ਸਾਡੀ ਕੋਰਟ ਮੈਰਿਜ ਹੋ ਗਈ ਸੀ ਤਾਂ ਸਾਡਾ ਇੱਕ ਜੁਆਇੰਟ ਅਕਾਊਂਟ ਖੁਲਵਾ ਲਿਆ ਸੀ ਅਸੀਂ ਅਤੇ ਉਸ ਦੇ ਵਿੱਚ ਲੱਖਾਂ ਹੀ ਰੁਪਏ ਸੀ, ਤਨਖਾਹ ਵੀ ਉੱਥੇ ਹੀ ਸੀ, ਤਾਂ 8 ਲੱਖ ਰੁਪਏ ਦਾ ਹੇਰ ਫੇਰ ਇਸ ਕੁੜੀ ਦੇ ਵੱਲੋਂ ਕਢਵਾ ਲਏ ਗਏ ਸੀ, ਕੀਤੇ ਗਏ ਸੀ। ਉਹ ਪੈਸੇ ਆਪਣੇ ਕੋਲ ਇਹਨੇ ਰੱਖੇ ਜਾਂ ਫਿਰ ਕਿਤੇ ਖਰਚ ਕਰ ਦਿੱਤੇ, ਇਸ ਸੰਬੰਧੀ ਕੁਛ ਨਹੀਂ ਪਤਾ, ਪਰ ਇਸਨੇ ਮੇਰੇ 8 ਲੱਖ ਰੁਪਏ ਕਢਵਾ ਲਏ ਸੀ। ਹੁਣ ਤੁਸੀਂ ਦੇਖੋ ਇੱਥੇ ਇੱਕ ਸੋਚ, ਉਸਨੇ ਉਸ ਕੁੜੀ ਦੇ ਨਾਲ ਸਭ ਕੁਝ ਕੀਤਾ, ਉਸਨੂੰ ਪਤਨੀ ਦਾ ਨਾਮ ਦਿੱਤਾ, ਕੋਰਟ ਮੈਰਿਜ ਕਰਵਾ ਲਈ, ਪਰ ਉਸ ਦਾ ਇਹ ਕਹਿਣਾ ਸੀ ਕਿ ਇਹ ਮੇਰੇ ਪੈਸੇ ਨਾ ਵਰਤੇ
ਅਤੇ ਜਿਹੜੇ ਪੈਸੇ 8 ਲੱਖ ਰੁਪਇਆ ਹੁਣ ਤੱਕ ਖਰਚ ਹੋਇਆ ਸੀ ਉਸ ਨੂੰ ਲੈ ਕੇ ਹੀ ਮੁੰਡਾ ਰੰਜਿਸ਼ ਰੱਖਦਾ ਸੀ ਕਿ ਇਸਨੇ ਇੰਨੇ ਪੈਸੇ ਕਿਉਂ ਵਰਤ ਲਏ। ਦੂਸਰੇ ਪਾਸੇ ਇਸ ਮੁੰਡੇ ਦਾ ਕਹਿਣਾ ਸੀ ਕਿ ਮੈਂ ਇਹਦੇ ਨਾਲ ਵਿਆਹ ਤਾਂ ਕਰਵਾਉਣ ਨੂੰ ਤਿਆਰ ਹੋ ਗਿਆ, ਪਰ ਮੈਂ ਧੱਕੇ ਦੇ ਨਾਲ ਹੀ ਵਿਆਹ ਕਰਵਾ ਰਿਹਾ ਕਿਉਂਕਿ ਮੇਰੇ ਉੱਪਰ ਇਹ ਕੁੜੀ ਦਬਾਅ ਪਾ ਰਹੀ ਹੈ। ਤੀਸਰਾ ਉਸ ਦਾ ਕਹਿਣਾ ਸੀ ਕਿ ਜਿਹੜਾ ਬੱਚਾ ਇਸ ਦੇ ਪੇਟ ਦੇ ਵਿੱਚ ਪਲ ਰਿਹਾ ਹੈ, ਪ੍ਰੈਗਨੈਂਟ ਹੋਈ ਹੈ, ਉਹ ਬੱਚਾ ਮੇਰਾ ਨਹੀਂ ਹੈ। ਹਾਲਾਂਕਿ ਵਿਆਹ ਤੋਂ ਪਹਿਲਾਂ ਹੀ ਕੁੜੀ ਦੀ ਮਾਂ ਨੇ ਕਿਹਾ ਸੀ ਕਿ ਜੇਕਰ ਕੋਈ ਇਹੋ ਜਿਹੀ ਗੱਲਬਾਤ ਹੈ ਕਿ ਤੁਸੀਂ ਵਿਆਹ ਦੇ ਸਮੇਂ ਬੱਚਾ ਨਹੀਂ ਚਾਹੁੰਦੇ, ਕਿਉਂਕਿ ਵਿਆਹ ਦੇ ਵਿੱਚ ਰਿਸ਼ਤੇਦਾਰਾਂ ਨੇ ਵੀ ਆਣਾ ਹੁੰਦਾ ਹੈ, ਫੋਟੋਆਂ ਵੀਡੀਓਜ਼ ਵੀ ਬਣਨੀਆਂ ਨੇ, ਤੇ ਇਸ ਗੱਲ ਨੂੰ ਅਸੀਂ ਵਧੇਰੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਨਹੀਂ ਬਣਨ ਦੇਣਾ, ਤਾਂ ਅਸੀਂ ਇਸ ਬੱਚੇ ਨੂੰ ਗਿਰਾ ਦਿੰਦੇ ਹਾਂ। ਪਰ ਮੁੰਡੇ ਨੇ ਇਹਨਾਂ ਸਾਰੀਆਂ ਗੱਲਾਂ ਚੋਂ ਕੋਈ ਗੱਲ ਨਹੀਂ ਮੰਨੀ, ਕੋਈ ਸਹੀ ਕਦਮ ਨਹੀਂ ਚੱਕਿਆ। ਪਹਿਲਾਂ ਵੀ ਉਹ ਇਸ ਕੁੜੀ ਨਾਲ ਤਲਾਕ ਲੈ ਚੁੱਕਿਆ ਸੀ, ਹੁਣ ਵੀ ਉਹ ਮਨਾ ਕਰ ਸਕਦਾ ਸੀ ਵਿਆਹ ਤੋਂ, ਪਰ ਉਸਨੇ ਇਸ ਵਿਆਹ ਤੋਂ ਮਨਾ ਨਹੀਂ ਕੀਤਾ, ਸਗੋਂ ਇੱਕ ਪੁੱਠਾ ਰਸਤਾ ਇਖਤਿਆਰ ਕੀਤਾ ਜਿਸ ਦੇ ਵਿੱਚ ਕੁੜੀ ਨੂੰ ਮਿਲਣ ਦੇ ਲਈ ਬੁਲਾਇਆ। ਮੋਟਰਸਾਈਕਲ ਤੇ ਉਹ ਆਂਦਾ ਹੈ, ਕੁੜੀ ਨੂੰ ਬਿਠਾਉਂਦਾ ਹੈ ਅਤੇ ਫਿਰ ਬੇਰਹਿਮੀ ਦੇ ਨਾਲ ਉਸ ਕੁੜੀ ਦੇ ਉੱਪਰ ਹਮਲਾ ਕਰ ਦਿੰਦਾ ਹੈ। ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰਨ ਤੋਂ ਬਾਅਦ ਆਪਣੇ ਹੀ ਮੋਟਰਸਾਈਕਲ ਦੇ ਵਿੱਚੋਂ ਪੈਟਰੋਲ ਕੱਢਦਾ ਅਤੇ ਕੁੜੀ ਨੂੰ ਜਲਾ ਦਿੰਦਾ ਹੈ। ਕੁਝ ਹਿੱਸਾ ਉਸਦਾ ਜਲ ਚੁੱਕਿਆ ਸੀ, ਪਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਉਸ ਕੁੜੀ ਦੀ ਮ੍ਰਿਤਕ ਤੇ ਮਿਲਦੀ ਹੈ ਤਾਂ ਉਸਦੀ ਹਾਲਤ ਬੇहद ਖਰਾਬ ਸੀ। ਉਹ ਕੁੜੀ ਜਿਹਦਾ ਕਿ ਵਿਆਹ ਹੋਣਾ ਸੀ, ਜਿਹਨੇ ਆਪਣੇ ਵਿਆਹ ਦੇ ਲਈ ਸੋਹਣੇ ਨਵੇਂ ਸੂਟ ਖਰੀਦੇ ਹੋਏ ਸੀ, ਸੋਨੇ ਦੇ ਗਹਿਣੇ ਖਰੀਦੇ ਹੋਏ ਸੀ, ਆਪਣੀ ਦਾਜ ਅਤੇ ਵਰੀ ਦੇ ਸਮਾਨ ਨੂੰ ਲੈ ਕੇ ਉਹਨੂੰ ਚਾਅ ਚੜਿਆ ਹੋਇਆ ਸੀ, ਉਸ ਕੁੜੀ ਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਉਸ ਦੇ ਹੀ ਇਸ ਪ੍ਰੇਮੀ ਦੇ ਵੱਲੋਂ, ਪਤੀ ਦੇ ਵੱਲੋਂ ਅਤੇ ਹੋਣ ਵਾਲੇ ਪਤੀ ਕਹਿ ਲਵੋ ਤੁਸੀਂ, ਕਿਉਂਕਿ ਇਹਦੇ ਨਾਲ ਹੀ ਕੋਰਟ ਮੈਰਿਜ ਹੁੰਦੀ ਰਹੀ, ਇਹਦੇ ਨਾਲ ਹੀ ਤਲਾਕ ਹੋ ਕੇ ਹਟਿਆ ਸੀ, ਇਹਦੇ ਨਾਲ ਹੀ ਉਹ ਇੱਕ ਵਾਰ ਫਿਰ ਤੋਂ ਵਿਆਹ ਕਰਵਾਉਣ ਲੱਗੀ ਸੀ। 24 ਸਾਲ ਦੀ ਕੁੜੀ ਨੂੰ ਬੇਰਹਿਮੀ ਦੇ ਨਾਲ ਖਤਮ ਕਰਨ ਵਾਲਾ ਉਸ ਦਾ ਹੀ ਇਹ ਸਨਕੀ ਪ੍ਰੇਮੀ ਸੀ, ਜਿਹਨੇ ਕੀ ਕੁਝ ਗੱਲਾਂ ਦੇ ਵਿੱਚ ਫੈਸਲਾ ਲੈਣ ਦੀ ਥਾਂ ਤੇ ਕੁੜੀ ਨੂੰ ਵਿਆਹ ਤੋਂ ਮਨਾ ਕਰਨ ਦੀ ਥਾਂ ਤੇ ਇੱਕ ਗਲਤ ਕੰਮ ਕੀਤਾ, ਕੁੜੀ ਨੂੰ ਬੁਲਾਇਆ ਅਤੇ ਬੇਰਹਿਮੀ ਦੇ ਨਾਲ ਮਾਰ ਦਿੱਤਾ, ਜਿਸ ਤੋਂ ਬਾਅਦ ਇਹ ਸਾਰਾ ਦੁੱਖ ਉਸ ਮਾਂ ਨੂੰ ਝੇਲਣਾ ਪਿਆ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਇਕੱਲੀ ਰਹਿ ਗਈ ਹੈ। ਪਹਿਲਾਂ ਉਸਨੇ ਆਪਣੇ ਪਤੀ ਨੂੰ ਗਵਾਇਆ, ਪੁੱਤ ਨੂੰ ਗਵਾਇਆ, ਤੇ ਹੁਣ ਧੀ ਦੇ ਨਾਲ ਵੀ ਇਹ ਘਟਨਾ ਹੋਣ ਤੋਂ ਬਾਅਦ ਉਸ ਮਾਂ ਤੇ ਕੀ ਬੀਤਦੀ ਹੋਣੀ ਹੈ, ਕਿਹੇ ਜਿਹੇ ਉਸ ਨੂੰ ਖਿਆਲ ਆਉਂਦੇ ਹੋਣੇ ਨੇ, ਕਿਵੇਂ ਉਹ ਆਪਣੀ ਜ਼ਿੰਦਗੀ ਕੱਢ ਰਹੇ ਹੋਣੇ ਨੇ, ਇਹ ਤਾਂ ਖੈਰ ਉਹੀ ਜਾਣ। ਇੱਕ 24 ਸਾਲ ਦੀ ਕੁੜੀ ਜਿਸ ਦਾ ਨਾਮ ਅਨਿਸ਼ਕਾ ਸੀ, ਉਸ ਦੇ ਪਿਤਾ ਅਤੇ ਭਰਾ ਦੀ ਪਹਿਲਾਂ ਹੀ ਜਾਨ ਜਾ ਚੁੱਕੀ ਸੀ। ਉਹ ਇਸ ਦੁਨੀਆ ਦੇ ਵਿੱਚ ਨਹੀਂ ਸੀ ਅਤੇ ਮਾਂ ਦੇ ਨਾਲ ਰਹਿੰਦੀ ਇਹ ਧੀ ਸ਼ਾਇਦ ਆਪਣੀ ਮਨਾਈਆਂ ਕਰਦੀ ਸੀ, ਮਨਮਰਜ਼ੀਆਂ ਕਰਦੀ ਸੀ, ਜਿਸ ਦੇ ਚਲਦੇ ਇਸ ਦਾ ਅੰਤ ਇਹੋ ਜਿਹਾ ਹੋਇਆ ਕਿ ਸਾਰੇ ਪਿੰਡ ਦੇ ਵਿੱਚ ਰੌਲਾ ਪੈ ਗਿਆ। ਇਸ ਕੁੜੀ ਨੇ ਲਏ ਹੋਏ ਗਲਤ ਫੈਸਲਿਆਂ ਦੇ ਕਾਰਨ ਹੀ ਕਹਿ ਲਵੋ, ਜਾਂ ਫਿਰ ਇਹੋ ਜਿਹੇ ਇਨਸਾਨ ਦੇ ਨਾਲ ਇਸ ਦੀ ਮੁਲਾਕਾਤ ਹੋ ਗਈ ਜਿਸ ਨੂੰ ਇਨਸਾਨੀਅਤ ਅਤੇ ਪਿਆਰ ਦੀ ਕੋਈ ਕਦਰ ਨਹੀਂ ਸੀ, ਇਸ ਕਰਕੇ ਕਹਿ ਲਵੋ, ਕਿਉਂਕਿ ਇੱਕ ਮੁੰਡਾ ਜੋ ਕਿ ਇਸ ਨੂੰ ਪਿਆਰ ਕਰਨ ਦਾ ਦਾਅਵਾ ਕਰਦਾ ਸੀ, ਇਸ ਦੇ ਨਾਲ ਵਿਆਹ ਕਰਵਾਉਣ ਦੇ ਲਈ ਤਿਆਰ ਸੀ। ਕੁੜੀ ਨੇ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਨੂੰ ਵਿਆਹ ਦੇ ਲਈ ਮਨਾ ਲਿਆ ਸੀ ਅਤੇ ਪੂਰੀਆਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਉਸ ਮੁੰਡੇ ਨੇ ਸਹੀ ਰਸਤਾ ਅਪਣਾਉਣ ਦੀ ਥਾਂ ਤੇ ਇੱਕ ਇਹੋ ਜਿਹਾ ਗਲਤ ਰਸਤਾ ਇਖਤਿਆਰ ਕੀਤਾ ਜਿਸ ਦੇ ਵਿੱਚ ਉਸਨੇ ਆਪਣੇ ਪਰਿਵਾਰ ਦੀ, ਆਪਣੀ ਅਤੇ ਇਸ ਕੁੜੀ ਦੇ ਪਰਿਵਾਰ ਦੀ ਜ਼ਿੰਦਗੀ ਲੁੱਟ ਲਈ। ਇਸ ਦੇ ਵਿੱਚ ਉਸ ਮੁੰਡੇ ਨੇ ਇਹੋ ਜਿਹੇ ਸਖਤ ਕਦਮ ਚੁੱਕੇ, ਇਹੋ ਜਿਹੇ ਗਲਤ ਕਦਮ ਚੁੱਕੇ ਕਿ ਆਖਿਰਕਾਰ ਨੂੰ ਇੱਕ ਦਾਗ ਲਗਾ ਦਿੱਤਾ ਗਿਆ ਇਸ ਰਿਸ਼ਤੇ ਦੇ ਉੱਪਰ ਵੀ ਅਤੇ ਫੌਜ ਦੇ ਉੱਪਰ ਵੀ।